ਜਲੰਧਰ ਦੇ ਵਿੱਚ ਲੋਕ ਸਭਾ ਜਿਮਨੀ ਇਲੈਕਸ਼ਨ ਹੋ ਰਹੇ ਨੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਹੈ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾਂਦਾ ਹੈ ਤਾਂ ਨਾਲ ਹੀ ਇੱਕ ਦੂਜੇ ਦੇ ਉੱਤੇ ਜਿਹੜੇ ਕਿ ਐਲੀਗੇਸ਼ਨ ਨੇ ਉਹ ਵੀ ਲਗਾਏ ਜਾਂਦੇ ਨੇ। ਤਾਂ ਪਿਛਲੇ ਦਿਨੀ ਭਾਜਪਾ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਨੇ ਤੇ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਚੀਫ ਸਪੋਕਸਪਰਸਨ ਮਲਵਿੰਦਰ ਕੰਗ ਜੀ ਮੌਜੂਦ ਨੇ। ਕੰਗ ਜੀ, ਪਿਛਲੇ ਦਿਨੀ ਅਨੁਰਾਗ ਠਾਕੁਰ ਜੀ ਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਨੇ ਕਿ ਕੇਂਦਰ ਦੇ ਵਿੱਚ ਕਾਂਗਰਸ ਨੇ 70 ਸਾਲ ਰਾਜ ਕੀਤਾ ਤਾਂ ਉਨੀ ਕਰਪਸ਼ਨ ਉਹਨਾਂ ਨੇ ਨਹੀਂ ਕੀਤੀ ਜਿੰਨੀ ਇੱਕ ਸਾਲ 'ਚ ਆਮ ਆਦਮੀ ਪਾਰਟੀ ਵਾਲਿਆਂ ਨੇ ਕਰਤੀ। ਮੈਨੂੰ ਲੱਗਦਾ ਨਾ ਅਨੁਰਾਗ ਠਾਕੁਰ ਜੀ ਗਲਤ ਨਾਮ ਲੈ ਗਏ, ਕਿਉਂਕਿ ਕੇਂਦਰ 'ਚ ਅਸੀਂ ਤਾਂ ਰਾਜ ਕੀਤਾ ਨਹੀਂ ਹੈ, ਜਾਂ ਭਾਜਪਾ ਨੇ ਕੀਤਾ ਜਾਂ ਕਾਂਗਰਸ ਨੇ ਕੀਤਾ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਜਿੰਨਾ ਕਾਂਗਰਸ ਨੇ ਕਰਪਸ਼ਨ ਨਹੀਂ ਕੀਤਾ ਉਹਨਾਂ ਮੋਦੀ ਸਾਹਿਬ ਦੀ ਜਿਹੜੀ 10 ਸਾਲ ਦੀ ਆ ਸਰਕਾਰ ਹੈ, ਜਿਹੜੇ 2025 10 ਸਾਲ ਹੋਣ ਵਾਲੇ ਉਹਨਾਂ ਨੇ ਕਰਤਾ ਹੈ। ਔਰ ਇਹ ਜਨਤਾ ਪਬਲਿਕਲੀ ਪਤਾ ਹੀ ਹੈ ਸਾਰਿਆਂ ਨੂੰ, ਚਾਹੇ ਉਹ ਰੇਲ, ਤੇਲ, ਕੋਇਲਾ, ਖਦਾਨ, ਬਿਜਲੀ ਜਿਸ ਤਰੀਕੇ ਨਾਲ ਕਾਰਪੋਰੇਟ ਹੱਥਾਂ 'ਚ ਦਿੱਤੀ ਆ, ਜਿਸ ਤਰੀਕੇ ਨਾਲ ਦੇਸ਼ ਪਿਛਲੇ 45-50 ਸਾਲਾਂ 'ਚ ਸਭ ਤੋਂ ਵੱਧ ਬੇਰੁਜ਼ਗਾਰੀ ਦੇਸ਼ ਫੈਲੀ ਹੈ, ਉਹ ਬੀਜੇਪੀ ਦੇ ਰੂਲ 'ਚ ਹੋਈ ਆ। ਅਨੁਰਾਗ ਠਾਕੁਰ ਜੀ ਇਹ ਭੁੱਲ ਗਏ ਕਿ ਇਸ ਟਾਈਮ ਦੇਸ਼ 'ਚ ਜਿਹੜੀ ਮਹਿੰਗਾਈ ਦੀ ਦਰ ਹੈ ਉਹ ਦੇਸ਼ ਦੇ ਇਤਿਹਾਸ ਸਭ ਤੋਂ ਉੱਪਰ ਪਹੁੰਚ ਗਈ ਹੈ। ਅੱਜ ਬੇਰੁਜ਼ਗਾਰੀ ਸਭ ਤੋਂ ਉੱਪਰ ਪਹੁੰਚ ਗਈ। ਅੱਜ ਸਭ ਤੋਂ ਵੱਧ ਕਾਰਪੋਰੇਟ ਸੈਕਟਰ ਨੂੰ ਮੋਦੀ ਸਾਹਿਬ ਵੱਲੋਂ ਫੇਵਰ ਕੀਤਾ ਜਾ ਰਿਹਾ। ਔਰ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈ, ਚਾਹੇ ਰੇਲਵੇ ਹੋਵੇ, ਕੋਇਲਾ ਹੋਵੇ, ਬਿਜਲੀ ਹੋਵੇ, ਤੇਲ ਦੇ ਵੱਡੇ ਵੱਡੇ ਕਾਰਪੋਰੇਸ਼ਨ ਸੀ, ਉਹ ਸਾਰੇ ਇੱਕ ਦੋ ਬੰਦਿਆਂ ਦੇ ਹੱਥ 'ਚ ਦੇ ਕੇ ਸਾਰੇ ਦੇਸ਼ ਨੂੰ ਲੁਟਾਇਆ ਜਾ ਰਿਹਾ। GST ਦੇ ਰਾਹੀਂ ਪਹਿਲਾਂ ਲੁਟਾਇਆ, ਨੋਟਬੰਦੀ ਦੇ ਰਾਹੀਂ। ਪੁੱਛਣਾ ਚਾਹੁੰਦਾ ਅਨੁਰਾਗ ਠਾਕੁਰ ਜੀ ਨੂੰ, ਨੋਟਬੰਦੀ ਨਾਲ ਤੁਸੀਂ ਕਹਿੰਦੇ ਟੈਰਰਿਜ਼ਮ ਖਤਮ ਹੋ ਜਾਊਗਾ, ਗਰੀਬੀ ਖਤਮ ਹੋ ਜਾਊਗੀ। ਸਭ ਤੋਂ ਵੱਧ ਨੋਟਬੰਦੀ ਨਾਲ ਅਗਰ ਫਾਇਦਾ ਹੋਇਆ ਜਾਂ ਭਾਜਪਾ ਨੂੰ ਹੋਇਆ ਜਾਂ ਭਾਜਪਾ ਨੂੰ ਸਪਾਂਸਰ ਕਰਨ ਵਾਲੇ ਕਾਰਪੋਰੇਟ ਲੋਕਾਂ ਨੂੰ। ਜਲੰਧਰ ਦੇ ਵਿੱਚ ਇਲੈਕਸ਼ਨ ਹੈ, ਬਾਈ ਇਲੈਕਸ਼ਨ ਜਦੋਂ ਸਰਕਾਰ ਨਵੀਂ ਬਣੀ ਸੀ ਸੰਗਰੂਰ ਦੇ ਵਿੱਚ ਵੀ ਹੋਏ ਸੀ, ਸੰਗਰੂਰ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਜਲੰਧਰ ਦੇ ਵਿੱਚ ਵੀ ਹੈਗੇ ਨੇ। ਫਰਕ ਕੀ ਸਮਝਦੇ ਹੋ ਸੰਗਰੂਰ ਤੇ ਜਲੰਧਰ ਦੇ ਵਿੱਚ? ਦੇਖੋ, ਸੰਗਰੂਰ ਦੀਆਂ ਪਰਿਸਥਿਤੀਆਂ ਕੁਛ ਹੋਰ ਸੀ, ਅਸੀਂ ਨਵੀਂ ਸਰਕਾਰ ਬਣੀ ਸੀ, ਕੁਛ ਉਸ ਵੋਟਿੰਗ ਪਰਸੈਂਟ ਘਟ ਰਿਹਾ, ਕੁਛ 2-3 ਇਸ਼ੂ ਉਸ ਟਾਈਮ ਹੋਰ ਜੁੜ ਗਏ। ਔਰ ਲੇਕਿਨ ਉਸ ਤੋਂ ਬਾਅਦ ਸਰਕਾਰ ਨੇ ਲਗਾਤਾਰ ਗੁੱਡ ਗਵਰਨੈਂਸ, ਟਰਾਂਸਪੇਰੈਂਸੀ ਨਾਲ ਨੌਜਵਾਨਾਂ ਨੂੰ ਨੌਕਰੀਆਂ 29,000 ਤੋਂ ਵੱਧ ਦਿੱਤੀਆਂ, 10,000 ਏਕੜ ਤੋਂ ਵੱਧ ਸਰਕਾਰੀਆਂ ਜ਼ਮੀਨਾਂ ਛਡਾਈਆਂ, ਇੱਕ MLA ਇੱਕ ਪੈਨਸ਼ਨ ਕੀਤੀ ਹੈ, ਲੋਕਾਂ ਨੂੰ ਬਿਜਲੀ ਫ੍ਰੀ ਕੀਤੀ ਹੈ, 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਵਿਦਾਊਟ ਐਨੀ ਫੇਵਰਿਜ਼ਮ। ਕੋਈ ਇੱਕ ਦੀਵਾਨੀ ਨਹੀਂ ਕਿਸੇ ਕੋਈ ਕਹਿ ਸਕਦਾ ਕਿਸੇ ਕੋ ਲੈ ਕੇ ਤੇ ਨੌਕਰੀ ਦਿੱਤੀ ਹੋਵੇ। ਟਰਾਂਸਪੇਰੈਂਸੀ ਨਾਲ ਭਾਈ ਭਤੀਜਾਵਾਦ ਖਤਮ ਹੋਇਆ। ਕਰਪਸ਼ਨ 'ਤੇ ਬਹੁਤ ਵੱਡੀ ਠੱਲ ਪਈ ਹੈ। ਕਰਪਸ਼ਨ ਕਰਨ ਵਾਲੇ ਵੱਡੇ ਵੱਡੇ ਲੋਕਾਂ 'ਤੇ ਐਕਸ਼ਨ ਹੋਏ ਆ। ਮੈਂ ਅਨੁਰਾਗ ਠਾਕੁਰ ਜੀ ਨੂੰ ਵੀ ਪੁੱਛਣਾ ਚਾਹੁੰਦਾ ਹੈ, ਆਮ ਆਦਮੀ ਪਾਰਟੀ ਦੇ ਤੇ ਅਗਰ ਕਿਸੇ ਇੱਕ ਲੀਡਰ 'ਤੇ ਉਂਗਲ ਖੜੀ ਹੋਈ ਹੈ ਤੇ ਮਾਨ ਸਾਹਿਬ ਨੇ ਕੋਈ ਲਿਹਾਜ਼ ਨਹੀਂ ਕੀਤਾ। ਈਵਨ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਵੀ ਲਿਹਾਜ਼ ਨਹੀਂ ਕੀਤਾ, ਕੱਢ ਕੇ ਬਾਹਰ ਮਾਰਿਆ। ਹੁਣ ਅਨੁਰਾਗ ਠਾਕੁਰ ਇਹ ਦੱਸਣ, ਜਿਹੜੇ ਟੈਨੀ ਮਿਸ਼ਰਾ ਨੇ ਦਿਨ ਦਿਹਾੜੇ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਕੇ ਮਾਰਤਾ ਔਰ ਉਹਨੂੰ ਅਜੇ ਤੱਕ ਮੋਦੀ ਸਾਹਿਬ ਨੇ ਕੈਬਨਿਟ 'ਚੋਂ ਬਾਹਰ ਦਾ ਰਸਤਾ ਦਿਖਾਇਆ। ਮੈਂ ਅਨੁਰਾਗ ਠਾਕੁਰ ਜੀ ਨੂੰ ਪੁੱਛਣਾ ਚਾਹੁੰਦਾ ਹੈ, ਜਿਹੜੀਆਂ ਸਾਡੀਆਂ ਓਲੰਪੀਅਨ ਅਨੁਰਾਗ ਠਾਕੁਰ ਤੇ ਸਪੋਰਟਸ ਨਾਲ ਜੁੜੇ ਆ, ਉਹ ਜਿਹੜੀਆਂ ਪਿਛਲੇ ਕਈ ਮਹੀਨਿਆਂ ਤੋਂ ਧਰਨੇ 'ਤੇ ਬੈਠੀਆਂ, ਜਿਨ੍ਹਾਂ ਨਾਲ ਸੈਕਸੁਅਲ ਹਰਾਸਮੈਂਟ ਕੀਤੀ ਆ BJP ਦੇ ਮੈਂਬਰ ਪਾਰਲੀਮੈਂਟ ਨੇ, ਬ੍ਰਜ ਭੂਸ਼ਣ ਨੇ, ਉਹ 'ਤੇ ਇਹਨਾਂ ਨੇ ਕੋਈ ਐਕਸ਼ਨ ਲਿਆ? ਮੈਂ ਅਨੁਰਾਗ ਠਾਕੁਰ ਜੀ ਨੂੰ ਪੁੱਛਣਾ ਚਾਹੁੰਦਾ ਹੈ, ਕੁਲਦੀਪ ਸੈਂਗਰ ਵਰਗੇ ਲੋਕਾਂ ਨੂੰ ਬਚਾਉਣ ਵਾਲੇ ਤੁਸੀਂ, ਜਿਨ੍ਹਾਂ ਨੇ ਦਲਿਤ ਬੱਚਿਆਂ ਨਾਲ ਰੇਪ ਕਰਕੇ ਜਿੰਦਾ ਸਾੜਤਾ, ਕਿਸੇ ਜਸਟਿਸ ਦਿੱਤਾ? ਔਰ ਇਹ BJP 'ਚ ਇਹ ਕਿਉਂ ਹੁੰਦਾ? ਜਦੋਂ ਮੁਕੁਲ ਦੇਵ ਤੇ BJP ਧਰਨੇ ਲਾਉਂਦੀ ਸੀ ਸ਼ਾਰਦਾ ਔਰ ਨਾਰਦਾ ਸਕੈਮ ਤੇ ਜਦੋਂ BJP ਜੁਆਇਨ ਕਰ ਲਿਆ ਤੇ BJP ਨੇ ਉਹਨੂੰ ਵੱਡੀ ਪੋਸਟ ਦੇ ਕੇ ਨਵਾਜਿਆ। ਹੈਮੰਤ ਬਿਸਵਾ ਸ਼ਰਮਾ ਜਿਹੜਾ ਆਸਾਮ ਦਾ ਮੁੱਖ ਮੰਤਰੀ ਆ, ਉਹ ਤੇ ਵਾਟਰ ਸਕੈਮ ਦਾ ਵੱਡਾ ਐਲੀਗੇਸ਼ਨ ਸੀਗਾ ਔਰ ਭਾਜਪਾ ਉਹਦੇ ਖਿਲਾਫ ਧਰਨੇ ਲਾਉਂਦੀ ਸੀ। ਭਾਜਪਾ ਜੁਆਇਨ ਕਰ ਲੈਂਦਾ ਹੈ, BJP ਨੂੰ ਮੁੱਖ ਮੰਤਰੀ ਬਣਾ ਲੈਂਦਾ। ਵਿਆਪਮ ਘੁਟਾਲਾ ਮੱਧ ਪ੍ਰਦੇਸ਼ 'ਚ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ 'ਚ ਹੋਇਆ, ਉੱਥੇ CBI ਔਰ ED ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ? ਕਿਉਂ ਨਹੀਂ ਯੇਦਿਯੂਰੱਪਾ ਦੇ ਖਿਲਾਫ CBI ਔਰ ED ਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਸਜ਼ਾ ਦਿੱਤੀ ਗਈ? ਕਿਉਂ ਨਾਰਾਇਣ ਰਾਣੇ ਨੂੰ BJP ਨੇ ਵਾਈਸ ਪ੍ਰੈਜ਼ੀਡੈਂਟ ਬਣਾਤਾ, ਜਿਹਦੇ 'ਤੇ ਮਨੀ ਲਾਂਡਰਿੰਗ ਦੇ ਕੇਸ ਸੀਗੇ? ਜੇ ਭਾਜਪਾ ਜੁਆਇਨ ਕਰ ਲਿਆ ਦੁੱਧ ਦਾ ਧੁੱਪਾ ਹੋ ਗਿਆ। ਕਿਉਂ ਰੈਡੀ ਬ੍ਰਦਰਸ ਜਿਹੜੇ ਹਜ਼ਾਰਾਂ ਕਰੋੜਾਂ ਦਾ ਸਕੈਮ ਕਰ ਗਏ, ਉਹਨਾਂ ਨੂੰ BJP ਜੁਆਇਨ ਕਰ ਲੈਂਦੇ ਤੇ ਦੁੱਧ ਦੇ ਧੁੱਪੇ ਹੋ ਜਾਂਦੇ, ਬਖਸ਼ ਦਿੱਤਾ ਜਾਂਦਾ। ਸੋ ਅਨੁਰਾਗ ਠਾਕੁਰ ਜੀ, ਪਹਿਲਾਂ ਇਹ ਦੱਸੋ ਵੀ ਤੁਸੀਂ ਇੱਕ ਵੀ ਕਿਸੇ ਕਰਪਟ ਲੀਡਰ 'ਤੇ ਅੱਜ ਤੱਕ ਐਕਸ਼ਨ ਲਿਆ ਹੋਵੇ? ਕੋਈ ਦੱਸਣ। ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨ। ਆਮ ਆਦਮੀ ਪਾਰਟੀ 'ਤੇ ਅਗਰ ਕੋਈ ਉਂਗਲ ਖੜੀ ਹੁੰਦੀ ਹੈ ਤੇ ਅਸੀਂ ਉਦੋਂ ਹੀ ਐਕਸ਼ਨ ਲੈਂਦੇ ਹਾਂ। ਟਰਾਂਸਪੇਰੈਂਸੀ ਨਾਲ, ਜਵਾਬਦੇਹੀ ਨਾਲ ਕੰਮ ਕਰਦੇ ਹਾਂ ਔਰ ਲੋਕ ਹਿੱਤ ਵਾਸਤੇ ਕੰਮ ਕਰਦੇ ਹਾਂ, ਕਾਰਪੋਰੇਟ ਸੈਕਟਰ ਲਈ ਨਹੀਂ ਕਰਦੇ।
ਇੱਕ ਆਖਰੀ ਸਵਾਲ ਹੈ ਮੇਰਾ, ਜਲੰਧਰ ਦੇ ਵਿੱਚ ਇੱਕ ਹਫ਼ਤਾ ਰਹਿ ਗਿਆ ਇਲੈਕਸ਼ਨ ਹੋਣ ਨੂੰ, ਉਸ ਤੋਂ ਪਹਿਲਾਂ ਕਾਂਗਰਸੀਏ ਇੱਕ ਵੀਡੀਓ ਦੀ ਗੱਲ ਕਰ ਰਹੇ ਹੈ ਕਿ ਉਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਜਾਂ ਤੁਹਾਨੂੰ ਪਤਾ ਲੱਗੇ ਕਿਸ ਤਰ੍ਹਾਂ ਦੀ ਵੀਡੀਓ, ਤੇ ਉਸ ਨੂੰ ਲੈ ਕੇ ਟਵਿੱਟਰ ਦੇ ਉੱਤੇ ਵੀ ਜਿਹੜੀ ਕਿ ਜੰਗ ਹੈ ਛਿੜੀ ਹੋਈ ਹੈ? ਦੇਖੋ, ਕਾਂਗਰਸ ਨਾ ਤੇ ਇਹ ਕਹਿ ਸਕਦੀ ਹੈ ਵੀ ਜਿਹੜਾ ਐਸਸੀ ਸਕਾਲਰਸ਼ਿਪ ਸਕੈਮ ਹੋਇਆ ਸੀ ਇਹਨਾਂ ਤੇ ਧਰਮ ਮੰਤਰੀ ਦੇ ਟਾਈਮ, ਉਹ ਆਮ ਆਦਮੀ ਪਾਰਟੀ ਤੇ ਕੋਈ ਸਕੈਮ ਨਹੀਂ। ਕਾਂਗਰਸ ਇਹ ਵੀ ਨਹੀਂ ਕਹਿ ਸਕਦੀ ਕੋਈ ਮਾਈਨਿੰਗ ਸਕੈਮ ਅਸੀਂ ਕਰ ਰਹੇ ਹਾਂ, ਕੋਈ ਐਕਸਾਈਜ਼ ਸ਼ਰਾਬ ਦਾ ਘਪਲਾ ਅਸੀਂ ਕੀਤਾ, ਕੋਈ ਨੌਕਰੀਆਂ ਦੇਣ 'ਚ ਭਾਈ ਭਤੀਜਾਵਾਦ ਕੀਤਾ ਹੈ। ਕਾਂਗਰਸ ਤੇ ਕਹਿੰਦੀ ਸੀ ਨਾ ਘਰ ਘਰ ਨੌਕਰੀ ਦੇਵਾਂਗੇ, ਨੌਕਰੀ ਕਿਹਨੂੰ ਦਿੱਤੀ? ਬਾਜਵਾ ਸਾਹਿਬ ਦੇ ਪਰਿਵਾਰ ਨੂੰ, ਰਵਨੀਤ ਬਿੱਟੂ ਦੇ ਪਰਿਵਾਰ ਨੂੰ, ਪਾਂਡੇ ਸਾਹਿਬ ਦੇ ਪਰਿਵਾਰ ਨੂੰ। ਸੋ ਇਹਨਾਂ ਕੋ ਕਹਿਣ ਲਈ ਆਮ ਆਦਮੀ ਪਾਰਟੀ ਦੀ ਗਵਰਨੈਂਸ ਤੇ ਕਰਪਸ਼ਨ ਤੇ ਕੁਛ ਹੈ ਨਹੀਂ। ਜਵਾਬਦੇਹੀ ਜਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਨੇ ਔਰ ਮੰਤਰੀਆਂ ਨੇ ਜਵਾਬਦੇਹੀ ਨਾਲ ਕੰਮ ਕੀਤਾ, ਬਿਨਾਂ ਭੇਦਭਾਵ ਤੋਂ ਕੰਮ ਕੀਤਾ, ਇਮਾਨਦਾਰੀ ਨਾਲ ਕੰਮ ਕੀਤਾ ਹੈ, ਔਰ ਜਿਸ ਤਰੀਕੇ ਨਾਲ ਕਰਪਸ਼ਨ ਦੇ ਖਿਲਾਫ ਵੱਡੇ ਵੱਡੇ ਐਕਸ਼ਨ ਲਏ ਆ, ਇਹਨਾਂ ਕੋ ਉਸ ਮਾਮਲੇ ਤੇ ਟਰਾਂਸਪੋਰਟ ਮਾਫੀਆ ਜਿਹੜਾ ਇਹਨਾਂ ਦਾ ਟਾਈਮ ਮਿਲ ਕੇ ਚੱਲਦਾ ਸੀ ਅਕਾਲੀਆਂ ਦਾ ਕਾਂਗਰਸੀਆਂ ਦਾ, ਉਹਨੂੰ ਬੰਦ ਕੀਤਾ ਹੈ। ਤੇ ਇਹਨਾਂ ਕੋਲ ਕੋਈ ਗੱਲ ਨਹੀਂ ਹੈ। ਤੇ ਕਦੀ ਕਿਸੇ ਦੇ ਨਿੱਜੀ ਹਮਲੇ ਕਰਦੇ ਆ, ਕਦੀ ਕਿਸੇ ਦੇ ਵਿਆਹ ਤੇ ਗੱਲ ਕਰਦੇ ਆ, ਕਦੀ ਕਿਸੇ ਦੇ ਘਰ ਤੇ ਗੱਲ ਕਰਦੇ ਆ, ਕਦੀ ਕਿਸੇ ਦੀਆਂ ਗੱਡੀਆਂ ਤੇ ਗੱਲ ਕਰਦੇ ਆ। ਲੋਕਾਂ ਦੇ ਮੁੱਦੇ ਇਹ ਆ ਕਿ ਨੌਕਰੀਆਂ ਤੁਸੀਂ ਕਿਸ ਦੇ ਰਹੇ ਹੋ ਕਿ ਨਹੀਂ ਦੇ ਰਹੇ। ਲੋਕਾਂ ਦੇ ਮੁੱਦੇ ਆ ਕਿਸਾਨੀ ਬਚਾ ਰਹੇ ਹੋ ਕਿ ਨਹੀਂ ਬਚਾ ਰਹੇ। ਲੋਕਾਂ ਦੇ ਮੁੱਦੇ ਆ ਜਿਹੜਾ ਰੇਤ ਔਰ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਔਰ ਤੇ ਕੀ ਐਕਸ਼ਨ ਲਿਆ, ਉਹ ਅਸੀਂ ਐਕਸ਼ਨ ਲੈ ਕੇ ਦਿਖਾਇਆ। ਸੋ ਮੈਨੂੰ ਲੱਗਦਾ ਕਾਂਗਰਸ ਦੇ ਆਰੋਪ ਬੇਬੁਨਿਆਦ ਹੈ। ਆਮ ਆਦਮੀ ਪਾਰਟੀ ਤੇ ਅਗਰ ਕਿਸੇ ਤੇ ਵੀ ਉਂਗਲ ਖੜੀ ਹੋਈ ਆ ਜਾਂ ਗਾਂ ਵੀ ਖੜੀ ਹੋਊਗੀ, ਆਮ ਆਦਮੀ ਪਾਰਟੀ ਲਿਹਾਜ਼ ਨਹੀਂ ਕਰੂਗੀ। ਲੇਕਿਨ ਸਿਰਫ ਤੇ ਸਿਰਫ ਪੋਲੀਟੀਕਲ ਜਿਹੜੇ ਦੋਸ਼ ਗੁੰਮਰਾਹ ਨੂੰ ਆਪਣੀ ਹਾਈਲਾਈਟ ਕਰਨ ਵਾਸਤੇ ਉਹਨਾਂ ਦੇ ਉਦਾਹਰ ਬਣਾ ਕੇ ਅਸੀਂ ਨਹੀਂ ਐਕਸ਼ਨ ਲੈ ਸਕਦੇ। ਜੇ ਕੋਈ ਆਥੈਂਟਿਕ ਗੱਲ ਆਊਗੀ ਡੈਫੀਨਿਟਲੀ ਐਕਸ਼ਨ। ਤਾਂ ਬਿਲਕੁਲ ਇਹ ਸਨ ਚੀਫ ਸਪੋਕਸਪਰਸਨ ਮਾਲਵਿੰਦਰ ਕੰਗ, ਜਿਨ੍ਹਾਂ ਦੇ ਵੱਲੋਂ ਅਨੁਰਾਗ ਠਾਕੁਰ ਦੇ ਉੱਤੇ ਤਿੱਖੇ ਹਮਲੇ ਕੀਤੇ ਗਏ ਨੇ। ਤਾਂ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਕੋਈ ਵੀਡੀਓ ਦਾ ਜਿਹੜਾ ਜ਼ਿਕਰ ਹੋ ਰਿਹਾ ਉਹ ਸਾਹਮਣੇ ਆਊਗੀ ਤਾਂ ਜਿਸ ਤਰ੍ਹਾਂ ਪਹਿਲਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ, ਉਸੇ ਤਰ੍ਹਾਂ ਇਸ ਵਾਰ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ। ਕੈਮਰਾ ਪਰਸਨ ਰੋਹਿਤ ਨਾਲ ਹਿੰਮਤ ਸਿੰਘ ਦੀ ਪਾਲ, ਦੈਨਿਕ ਸਵੇਰਾ, ਜਲੰਧਰ।